ਸਤਿ ਸ਼੍ਰੀ ਅਕਾਲ, ਮੈਂ ਹਰਸ਼ਮਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੀਸੀਐਨ ਆਵਾਜ਼। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਸੁਰਖੀਆਂ ਤੇ। ਲਹਿੰਦੇ ਪੰਜਾਬ ਸਥਿਤ ਕਰਤਾਰਪੁਰ ਸਾਹਿਬ ਦੇ ਲਾਗੇ ਲਈ ਚੜ੍ਹਦੇ ਪੰਜਾਬ ਵਾਲੇ ਪਾਸੇ ਦੀ ਜ਼ਮੀਨ ਐਕਵਾਇਰ। ਪਿੰਡ ਪੱਖੋਕੇ ਟਾਹਲੀ ਸਾਹਿਬ ਵਾਸੀ ਲੱਖਾ ਸਿੰਘ ਨੇ ਸਹਿਮਤੀ ਨਾਲ ਦਿੱਤੀ ਜ਼ਮੀਨ। ਜਲੰਧਰ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ, ਬਾਈਬਲ ਗੋਲੀकांड ਦੇ ਸਾਰੇ ਦੋਸ਼ੀਆਂ ਤੇ ਕਾਰਵਾਈ ਹੋ ਰਹੀ ਹੈ। ਮੋਗਾ ਵਾਸੀ ਸੈਨਿਕ ਜਵਾਨ ਕਰਮਜੀਤ ਸਿੰਘ ਕਸ਼ਮੀਰ ਹਮਲੇ 'ਚ ਫੌਤ। ਕੁਰਸੀ ਖਾਤਰ ਦਿੱਤੀ ਜਾ ਰਹੀ ਹੈ ਜਵਾਨਾਂ ਦੀ ਬਲੀ। ਪੀੜਿਤ ਰਿਸ਼ਤੇਦਾਰ। ਮਲੇਸ਼ੀਆ ਗਏ ਮਾਨਸਾ ਦੇ 20 ਸਾਲਾ ਨੌਜਵਾਨ ਦੀ ਭੇਤ ਭਰੀ ਹਾਲਤ ਵਿੱਚ ਮੌਤ। ਹਫ਼ਤੇ ਬਾਅਦ ਵੀ ਨਹੀਂ ਪੁੱਜਦੀ ਕੀਤੀ ਮ੍ਰਿਤਕ ਦੀ ਦੇਹ। ਤੇ ਹੁਣ ਵਧਦੇ ਹਾਂ ਵਿਸਥਾਰ ਵੱਲ। ਲਹਿੰਦੇ ਪੰਜਾਬ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਚੜ੍ਹਦੇ ਪੰਜਾਬ ਵਾਲੇ ਪਾਸੇ ਤੋਂ ਕਿਸਾਨ ਲੱਖਾ ਸਿੰਘ ਵੱਲੋਂ ਸਹਿਮਤੀ ਨਾਲ ਜ਼ਮੀਨ ਦੇਣ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਹ ਹੈ ਭਾਰਤ ਪਾਕਿਸਤਾਨ ਸੀਮਾ ਤੋਂ ਕਰੀਬ 10 ਮੀਟਰ ਦੂਰ ਚੜ੍ਹਦੇ ਪੰਜਾਬ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਾਸੀ ਕਿਸਾਨ ਲੱਖਾ ਸਿੰਘ ਦੀ ਜ਼ਮੀਨ। ਇਸ ਕਿਸਾਨ ਨੇ ਲਹਿੰਦੇ ਪੰਜਾਬ ਸਥਿਤ ਗੁਰੂਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਲਾਂਘੇ ਖਾਤਰ ਆਪਣੀ ਜ਼ਮੀਨ ਐਕਵਾਇਰ ਕਰਨ ਦੀ ਸਹਿਮਤੀ ਦੇ ਦਿੱਤੀ। ਐਸਡੀਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੱਕ ਇਹ ਲਾਂਘਾ ਪੂਰਾ ਕਰਨ ਦਾ ਨਿਸ਼ਾਨਾ ਹੈ। ਉਹਨਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਸੰਬੰਧੀ ਜਿਹੜੇ ਕਿਸਾਨਾਂ ਦੀ ਇਤਰਾਜ਼ ਹੈ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਮੇਂ ਤੋਂ ਕਿਸਾਨਾਂ ਦੇ ਨਾਲ ਜਿਹੜਾ ਡਾਇਲੋਗ ਸਾਡਾ ਚੱਲ ਰਿਹਾ ਸੀਗਾ, ਅੱਜ ਸਵੇਰੇ ਵੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਖੁਦ ਕਿਸਾਨਾਂ ਵੱਲੋਂ ਜਿਹੜਾ ਇਹ ਸਾਨੂੰ ਵਲੰਟੀਅਰ ਕੀਤਾ ਗਿਆ ਕਿ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਜਲਦੀ ਤੋਂ ਜਲਦ ਕਰਾਈ ਜਾਵੇ, ਕਿਉਂਕਿ ਗੁਰਪੁਰਬ ਤੋਂ ਪਹਿਲਾਂ ਜਿਹੜਾ ਅਸੀਂ ਇਸ ਕੰਮ ਨੂੰ ਮੁਕੰਮਲ ਕਰਵਾਉਣਾ। ਤੇ ਇਸ ਸੰਬੰਧ 'ਚ ਜੋ ਵੀ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਤੇ ਅੱਜ ਜਿਹੜੀ ਡੀਮਾਰਕੇਸ਼ਨ ਆਈਸੀਪੀ ਦੀ ਹੋਈ ਸੀਗੀ ਤੇ ਉਸੇ ਡੀਮਾਰਕੇਸ਼ਨ ਦੇ ਵਿੱਚ ਜਿਹੜੀ ਆ ਅਸੀਂ ਅੱਜ ਜ਼ਮੀਨ ਕਲੀਅਰ ਕਰਕੇ ਜਿਹੜਾ ਉਹ ਜਿਹੜਾ ਸ਼ੁਰੂਆਤ ਉਹਦੀ ਅਸੀਂ ਕੀਤੀ ਆ। ਤੇ ਜਿੱਥੋਂ ਤੱਕ ਕਿਸਾਨਾਂ ਵੱਲੋਂ ਆਬਜੈਕਸ਼ਨਸ ਦੀ ਗੱਲ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਾਫੀ ਹੱਦ ਤੱਕ ਅਸੀਂ ਵਿਸ਼ਵਾਸ ਦਿਵਾਇਆ ਕਿ ਆਪਣੇ ਕਲੇਮਸ ਉਹ ਸਾਨੂੰ ਬਣਾ ਕੇ ਜਲਦੀ ਦੇਣ ਤੇ ਅਸੀਂ ਜਲਦੀ ਤੋਂ ਜਲਦੀ ਦਾ ਫਾਈਨਲ ਅਵਾਰਡ ਜਿਹੜਾ ਉਹ ਬਣਾ ਕੇ ਜਿਹਦੇ ਵਿੱਚ ਐਜ਼ ਪਰ ਰੂਲ ਪਲੱਸ ਕਿਸੇ ਦਾ ਵੀ ਕੋਈ ਕਲੇਮ ਹੈਗਾ ਵਾ ਉਹ ਅਨਹਰਡ ਨਾ ਰਵੇ ਤੇ ਜੋ ਵੀ ਕੰਸਰਨਸ ਸਾਰੇ ਸਟੇਕ ਹੋਲਡਰਸ ਦੇ ਨੇ, ਕਿਸਾਨਾਂ ਦੇ ਨੇ, ਚਾਹੇ ਟੈਨੈਂਟਸ ਦੇ ਨੇ, ਚਾਹੇ ਖੇਤ ਮਜ਼ਦੂਰਾਂ ਦੇ ਨੇ, ਸਾਰਿਆਂ ਦੇ ਕੰਸਰਨਸ ਜਿਹੜੇ ਧਿਆਨ 'ਚ ਰੱਖ ਕੇ ਅਸੀਂ ਜਿਹੜਾ ਉਹ ਅੱਗੇ ਪ੍ਰੋਸੀਡ ਕਰ ਰਹੇ ਹਾਂ। ਨੈਸ਼ਨਲ ਹਾਈਵੇ ਅਥਾਰਟੀ ਦੇ ਮੈਨੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ 50 ਏਕੜ ਜ਼ਮੀਨ ਤੇ ਇਹ ਕੰਮ ਹੋਵੇਗਾ। ਉਹਨਾਂ ਕਿਹਾ ਕਿ ਚੈੱਕ ਪੋਸਟ ਬਣਾਉਣ ਲਈ ਉਹਨਾਂ ਦੇ ਵਿਭਾਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਉਹ ਜ਼ਮੀਨ ਦੇਣ ਵਾਲੇ ਕਿਸਾਨ ਲੱਖਾ ਸਿੰਘ ਦਾ ਸੰਗਤਾਂ ਅਤੇ ਸਰਕਾਰ ਵੱਲੋਂ ਧੰਨਵਾਦ ਕਰਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਕਿਸਾਨ ਦੀ 15 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਤੇ ਮੇਰੇ ਖਿਆਲ ਇਹ ਕੰਮ ਜਿਹੜਾ ਸੀ ਅੜਚਣਾ ਤੇ ਕੋਈ ਨਹੀਂ ਸੀ। ਅੜਚਣ ਤੇ ਜਿੱਦਣ ਉਹਨਾਂ ਨੇ ਨੋਟੀਫਿਕੇਸ਼ਨ ਸਭ ਕੁਝ ਹੋ ਗਿਆ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਪਰਿਵਾਰ ਸਰਦਾਰ ਲੱਖਾ ਸਿੰਘ ਜਿਹੜੇ ਸਾਡੇ ਸਾਬਕਾ ਸਰਪੰਚ ਤੇ ਇਹ ਵੀ ਗੁਰਬਖਸ਼ ਉਹਨਾਂ ਦਾ ਬੇਟਾ ਇਹ ਵੀ ਸਾਬਕਾ ਸਰਪੰਚ, ਇਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਇਹਨਾਂ ਨੇ ਕਿਹਾ ਕਿ ਜਿੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਹੈ ਉੱਥੇ ਅਸੀਂ ਕੋਈ ਬਾਰਗੇਨਿੰਗ ਨਹੀਂ ਕਰਨੀ, ਤੁਸੀਂ ਰਸਤਾ ਬਣਾਓ, ਜੋ ਸਰਕਾਰ ਦੇਗੀ। ਸਰਕਾਰ ਹਮੇਸ਼ਾ ਹੀ ਆਪਣੀ ਪਬਲਿਕ ਦਾ ਸੋਚਦੀ ਹੁੰਦੀ ਹੈ, ਸਾਨੂੰ ਉਹ ਮਨਜ਼ੂਰ ਹੈ। ਉਸ ਕਰਕੇ ਮੈਂ ਪਰਿਵਾਰ ਦਾ ਖਾਸ ਤੌਰ ਤੇ ਸਾਰੀ ਸੰਗਤ ਵੱਲੋਂ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜਾ ਵੱਡਾ ਦਿਲ ਕਰਕੇ ਤੇ ਸਭ ਤੋਂ ਜ਼ਿਆਦਾ ਜਿਹੜੀ ਜ਼ਮੀਨ ਵੀ 15 ਏਕੜ ਜਿਹੜੀ ਇਹਨਾਂ ਨੇ ਅੱਜ ਜ਼ਮੀਨ ਆਪਣੀ 'ਚ ਸਟਾਰਟ ਕਰਵਾਤਾ, ਬੜੀ ਵੱਡੀ ਗੱਲ ਆ। ਔਰ ਮੇਰੇ ਖਿਆਲ ਕਿ ਅਸੀਂ ਬਹੁਤ ਜਲਦੀ ਇਹ ਰਸਤੇ ਦਾ ਕੰਮ ਜਿਹੜਾ ਹੁਣ ਥੋੜੇ ਦਿਨਾਂ 'ਚ ਸਟਾਰਟ ਕਰਕੇ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਦੀ ਰਿਪੋਰਟ। ਜਲੰਧਰ ਵਿੱਚ ਪੁੱਜੇ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਨਾਲ ਹੀ ਉਹਨਾਂ ਕਿਹਾ ਕਿ ਬਾਈਬਲ ਗੋਲੀकांड ਦੇ ਸਾਰੇ ਦੋਸ਼ੀਆਂ ਤੇ ਕਾਰਵਾਈ ਹੋ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜਲੰਧਰ ਪੁੱਜੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਵਿੱਚ ਹੈ। ਉਹਨਾਂ ਭਾਜਪਾ ਵੱਲੋਂ ਪ੍ਰਚਲਿਤ ਕੀਤਾ ਚੌਂਕੀਦਾਰ ਸ਼ਬਦ ਤੇ ਵਿਅੰਗ ਕੱਸਦਿਆਂ ਕਿਹਾ ਕਿ ਇਹ ਜੁਮਲਾ ਵੀ ਚੱਲ ਚੁੱਕਿਆ ਹੈ ਤੇ ਹੁਣ ਲੋਕ ਸਮਝ ਗਏ ਹਨ ਕਿ ਚੌਂਕੀਦਾਰ ਕੀ ਕਰਵਾ ਰਿਹਾ ਹੈ। ਅਸਲ ਵਿੱਚ ਇਹ ਚੌਂਕੀਦਾਰ ਦੇਸ਼ ਨੂੰ ਲੁਟਵਾ ਰਿਹਾ ਹੈ ਅਤੇ ਅਜਿਹੇ ਚੌਂਕੀਦਾਰ ਨੂੰ ਹੁਣ ਹਟਾ ਦੇਣਾ ਚਾਹੀਦਾ। ਪੱਤਰਕਾਰਾਂ ਵੱਲੋਂ ਡੇਰਾ ਸਿਰਸਾ ਵਾਲਿਆਂ ਦੀਆਂ ਵੋਟਾਂ ਸੰਬੰਧੀ ਸਵਾਲ ਕਰਨ ਤੇ ਉਹਨਾਂ ਵਾਰ-ਵਾਰ ਗੱਲ ਗੋਲ ਕੀਤੀ ਤੇ ਕਿਹਾ ਕਿ ਸਭ ਥਾਵਾਂ ਤੋਂ ਵੋਟਾਂ ਮੰਗਣ ਦਾ ਹੱਕ ਹੈ, ਕਿਉਂਕਿ ਕਾਂਗਰਸ ਹਰ ਤਰ੍ਹਾਂ ਨਾਲ ਮੋਦੀ ਸਰਕਾਰ ਨੂੰ ਹਰਾਉਣਾ ਚਾਹੁੰਦੀ ਹੈ। ਜਿਹੜਾ ਬੰਦਾ 5 ਸਾਲ 'ਚ ਚੌਂਕੀਦਾਰ ਕਹਿ ਕੇ ਦੇਸ਼ ਨੂੰ ਲੁੱਟਿਆ ਔਰ ਲੁਟਾਇਆ, ਉਹ ਬੰਦਾ ਅੱਜ ਫੇਰ ਉਹ ਜੁਮਲਾ ਖੇਡੇ ਵੀ ਮੈਂ ਚੌਂਕੀਦਾਰ ਹੂੰ। ਐਸੇ ਚੌਂਕੀਦਾਰ ਨੂੰ ਤਾਂ ਹਟਾ ਦੇਣਾ ਚਾਹੀਦਾ ਜਿਸ ਚੌਂਕੀਦਾਰ ਨੇ ਇਹ ਕਿਹਾ कि कांग्रेस पार्टी ने कितने लाख करोड़ रुपया बाहर देता, मैं इनका काला धन लाऊंगा और 15-15 लाख गरीबों के खाते में डालूंगा। एक पैसा आया?
कोई 1 रुपया बाहरों आया, लोगों को जुमला सिखाया था। ऐसे जुमले बोल करके मोदी दोबारा वोट देश की जनता को धोखा देकर दोबारा वोट लेना चाहता है। ये देश के लोग नहीं मानेंगे इसको। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋर्ट। ਕਸ਼ਮੀਰ ਵਿੱਚ ਹੋਏ ਹਮਲੇ ਨੇ ਇੱਕ ਹੋਰ ਪੰਜਾਬੀ ਸੈਨਿਕ ਜਵਾਨ ਦੀ ਜਾਨ ਲੈ ਲਈ। ਮ੍ਰਿਤਕ ਜਵਾਨ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਲੀਡਰ ਲੋਕ ਕੁਰਸੀ ਖਾਤਰ ਉਹਨਾਂ ਦੇ ਪੁੱਤਰਾਂ ਦੀ ਬਲੀ ਦੇ ਰਹੇ ਹਨ। ਕਸ਼ਮੀਰ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਕੀਤੇ ਹਮਲੇ ਵਿੱਚ ਪੰਜਾਬ ਦਾ ਮੋਗੇ ਜ਼ਿਲ੍ਹੇ ਪਿੰਡ ਜਨੇਰ ਵਾਸੀ ਫੌਜੀ ਜਵਾਨ ਆਪਣੀ ਜਾਨ ਦੇ ਗਿਆ। ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਉਮਰ 24 ਸਾਲ ਅੱਜ ਤੋਂ 4 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਭਾਰਤ ਦੀ ਇਹ ਫੌਜ ਪਲਟਨ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਪੈਂਦੇ ਸੈਕਟਰ ਸੁੰਦਰਬਨੀ ਦੇ ਕੈਰੀ ਬਤਲ ਇਲਾਕੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਲੱਗੀ ਹੋਈ ਸੀ। ਮ੍ਰਿਤਕ ਸੈਨਿਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਕੁਰਸੀ ਖਾਤਰ ਉਹਨਾਂ ਦੇ ਜਵਾਨ ਪੁੱਤਰਾਂ ਦੀ ਬਲੀ ਲਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਵੋਟਾਂ ਨੇੜੇ ਕਾਰਗਿਲ ਦੀ ਲੜਾਈ ਵਿੱਚ ਅਨੇਕਾਂ ਪੰਜਾਬ ਦੇ ਪੁੱਤਾਂ ਨੂੰ ਮਰਵਾ ਦਿੱਤਾ ਤੇ ਫਿਰ ਇੱਕ ਦਿਨ ਵਿੱਚ ਹੀ ਲੜਾਈ ਖਤਮ ਕਰ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਕੋਈ ਬਦਲਾ ਲਊ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਉਧਰੋਂ ਵੀ ਮਾਵਾਂ ਦੇ ਪੁੱਤ ਹੀ ਵਸਦੇ ਹਨ। ਉਹਦਾ ਬਹੁਤ ਸ਼ੌਂਕ ਸੀ ਪਹਿਲਾਂ ਹੀ, ਉਹਦਾ ਡੈਡੀ ਵਾਂਗੂ ਉਹਦਾ ਡੈਡੀ ਦਾ ਵੀ ਸ਼ੌਂਕ ਸੀ ਜੀ ਪਹਿਲਾਂ ਫੌਜ 'ਚ ਭਰਤੀ ਹੋਣ ਤੋਂ। तो अभी आप उसकी शहादत पे क्या कहना चाहोगे? ਸਾਨੂੰ ਮਾਣ ਹੈ ਜੀ ਆਪਦੇ ਬੇਟੇ ਦੇ ਦੇਸ਼ ਵਾਸਤੇ ਜਾਨ ਕੁਰਬਾਨ ਕਰਤੀ ਉਹਨੇ। ਪਰ ਸਰਕਾਰਾਂ ਚੰਗੀਆਂ ਨਹੀਂ ਜਿਹੜੀਆਂ ਇੱਕ ਪਾਸੇ ਗੱਲ ਨਹੀਂ ਲਾਉਂਦੀਆਂ। ਸਾਡੇ ਪੁੱਤ ਸ਼ਹੀਦ ਹੋਈ ਜਾਂਦੇ, ਇਹ ਆਦੀਆਂ ਵੋਟਾਂ ਸੇਕਦੇ ਆ। अभी आप इसका क्या चाहते हो, क्या इसका बदला कैसे होना चाहिए? ਬਦਲਾ ਅਸੀਂ ਤਾਂ ਕਿ ਕਿਸੇ ਨੂੰ ਨਹੀਂ, ਉਹ ਵੀ ਮਾਵਾਂ ਦੇ ਪੁੱਤ ਹੈ, ਕਿਸੇ ਪਾਸੇ ਤਣ ਪੱਤਣ ਗੱਲ ਲਾਉਣ। ਰੋਜ਼ ਤਾਂ ਮਾਵਾਂ ਦੇ ਪੁੱਤ ਸ਼ਹੀਦ ਨਾ ਹੋਣ। ਇਹ ਤਾਂ ਆਪਦੀਆਂ ਵੋਟਾਂ ਦੇ ਝੰਡੇ ਚੱਕ ਕੇ ਕਹਿ ਦਿੰਦੇ ਜੀ ਐਂ ਕਰਤਾ ਸੀ, ਐਂ ਕਰਤਾ। ਮਤਲਬ ਜੇ ਮਰੀ ਜਾਂਦੇ ਮਾਵਾਂ ਦੇ ਪੁੱਤ ਮਰੀ ਜਾਂਦੇ। ਇਹਨਾਂ ਨੇ ਕਾਰਗਿਲ ਦੀ ਲੜਾਈ 'ਚ ਕੀ ਕੀਤਾ? 6 ਮਹੀਨੇ ਜਵਾਕ ਮਰਵਾਈ ਗਏ ਤੇ ਜਿੱਦੇ ਕਾਰਗਿਲ ਇਹਨਾਂ ਨੇ ਖਤਮ ਕਰਨਾ ਸੀਗਾ ਤੇ ਉਹਦੇ ਇੱਕੇ ਰਾਤ 'ਚ ਜਹਾਜ਼ ਦਾ 100 ਦਾ ਹਮਲਾ ਕਰਕੇ ਇੱਕੇ ਰਾਤ ਕਾਰਗਿਲ ਖੋਲਿਆ। ਇਹਨਾਂ ਨੂੰ ਮਤਲਬ ਆਦੀਆਂ ਕੁਰਸੀਆਂ ਦਾ ਮਤਲਬ ਆ, ਲੋਕਾਂ ਨਾਲ ਕੋਈ ਮਤਲਬ ਨਹੀਂਗਾ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋर्ट। ਮਾਨਸਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਮਲੇਸ਼ੀਆ ਵਿੱਚ ਭੇਦ ਭਰੇ ਢੰਗ ਨਾਲ ਮੌਤ ਹੋ ਗਈ। ਇੱਕ ਹਫ਼ਤਾ ਬੀਤਣ ਦੇ ਬਾਵਜੂਦ ਵੀ ਮ੍ਰਿਤਕ ਨੌਜਵਾਨ ਦੀ ਲਾਸ਼ ਵਾਰਸਾਂ ਤੱਕ ਨਹੀਂ ਪੁੱਜੀ। ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਾਸੀ ਬਲਕਾਰ ਸਿੰਘ ਉਮਰ 20 ਸਾਲ ਮਲੇਸ਼ੀਆ ਵਿੱਚ ਕੰਮ ਕਰ ਰਿਹਾ ਸੀ। ਉਹ 9 ਮਾਰਚ ਨੂੰ ਆਪਣੇ ਮਾਪਿਆਂ ਨੂੰ ਮਿਲ ਕੇ ਵਾਪਸ ਗਿਆ, ਪਰ 2 ਦਿਨਾਂ ਬਾਅਦ ਹੀ ਉਸ ਦੀ ਮੌਤ ਦੀ ਖਬਰ ਸੁਣ ਕੇ ਮਾਪੇ ਸੁੰਨ ਰਹਿ ਗਏ। ਮਲੇਸ਼ੀਆ ਤੋਂ ਭੇਜੀ ਤਸਵੀਰ ਵਿੱਚ ਬਲਕਾਰ ਸਿੰਘ ਨੇ ਇਮਾਰਤ ਦੀਆਂ ਪੌੜੀਆਂ ਨਾਲ ਫਾਹਾ ਲਿਆ ਹੋਇਆ ਹੈ। ਮ੍ਰਿਤਕ ਦੇ ਪਿਤਾ ਰਾਮਵਲ ਸਿੰਘ ਅਤੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ 11 ਮਾਰਚ ਨੂੰ ਬਲਕਾਰ ਸਿੰਘ ਦੇ ਮੌਤ ਦੀ ਖਬਰ ਉਸ ਦੇ ਸਾਥੀਆਂ ਨੇ ਦਿੱਤੀ, ਪਰ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਹਨਾਂ ਇਹ ਵੀ ਕਿਹਾ ਕਿ ਮੌਤ ਦੇ 1 ਹਫ਼ਤਾ ਬਾਅਦ ਵੀ ਮ੍ਰਿਤਕ ਦੇਹ ਨੂੰ ਵਾਰਸਾਂ ਕੋਲ ਪੁੱਜਦਾ ਨਹੀਂ ਕੀਤਾ ਗਿਆ। ਪਿੰਡ ਦੇ ਸਰਪੰਚ ਨੇ ਪੰਜਾਬ ਸਰਕਾਰ ਨੂੰ ਬਲਕਾਰ ਸਿੰਘ ਦੀ ਲਾਸ਼ ਪੁੱਜਦੀ ਕਰਨ ਲਈ ਅਪੀਲ ਵੀ ਕੀਤੀ। ਸਾਲ ਦਾ ਨੌਜਵਾਨ ਸੀ, ਮਲੇਸ਼ੀਆ ਗਿਆ ਸੀ ਰੁਜ਼ਗਾਰ ਵਾਸਤੇ 7-8 ਮਹੀਨੇ ਪਹਿਲਾਂ। ਉੱਥੇ ਵਾਪਸ ਆ ਕੇ ਵੀ ਗਿਆ, ਮਹੀਨਾ ਪਿੰਡ ਲਾ ਕੇ ਗਿਆ ਜੀ। 9 ਤਰੀਕ ਨੂੰ 9 ਮਾਰਚ ਨੂੰ ਇੱਥੋਂ ਦੁਬਾਰਾ ਵਾਪਸ ਉਹ ਫਲਾਈਟ ਤੇ ਗਿਆ ਤੇ 11 ਤਰੀਕ ਨੂੰ ਉਸ ਨਾਲ ਇਹ ਘਟਨਾ ਵਾਪਰ ਗਈ, ਜਿਹਦੇ ਕਰਕੇ ਕੋਈ ਪਤਾ ਨਹੀਂ ਵੀ ਉੱਥੇ ਕਾਰਨ ਕੀ ਬਣਿਆ ਜੀ। ਤੋਂ ਲੈ ਕੇ ਅਜੇ ਤੱਕ ਅੱਜ 18 ਤਰੀਕ ਹੋ ਗਈ, 9 ਦਿਨ ਹੋ ਗਏ, ਅਜੇ ਤੱਕ ਉਹਦੀ ਡੈੱਡ ਬਾਡੀ ਹੈ ਜਿਹੜੀ ਉਹ ਇੱਥੇ ਪੰਜਾਬ ਨਹੀਂ ਪਹੁੰਚੀ। ਕਾਗਜ਼ ਪੱਤਰ ਨੇ ਜਿਹੜੇ ਉਹ ਪੂਰੇ ਇਧਰੋਂ ਕਰਕੇ ਭੇਜਤੇ ਜੀ। ਉਧਰੋਂ ਇਮੀਗ੍ਰੇਸ਼ਨ ਦਾ ਹੀ ਕੋਈ ਚੱਕਰ ਇਹੋ ਜਿਹਾ ਪਿਆ ਹੋਇਆ ਜਿਹੜਾ ਇੰਨੇ ਦਿਨ ਲੰਘੇ, ਸਾਨੂੰ ਕੋਈ ਫੋਨ ਨਹੀਂ ਆਇਆ ਵੀ ਇਹ ਕਦੋਂ ਉੱਧਰੋਂ ਟਿਕਟ ਹੋ ਰਹੀ ਹੈ, ਕਦੋਂ ਮੁੰਡੇ ਦੀ ਡੈੱਡ ਬਾਡੀ ਹੈ ਜਿਹੜੀ ਵਾਪਸ ਆ ਰਹੀ ਹੈ ਜੀ। ਵਿਦੇਸ਼ਾਂ 'ਚ ਨੌਜਵਾਨ ਮਜਬੂਰੀ ਬਸ ਜਾ ਰਹੇ ਨੇ ਜੀ। ਮਜਬੂਰੀ ਇੱਥੇ ਹੈ, ਇੱਥੇ ਕੋਈ ਰੁਜ਼ਗਾਰ ਦਾ ਪ੍ਰਬੰਧ ਨਹੀਂ, ਖੇਤੀ ਘਾਟੇ 'ਚ ਚਲੀ ਗਈ, ਖੇਤੀ ਨਾਲ ਸਾਰੇ ਟੱਬਰ ਦਾ ਗੁਜ਼ਾਰਾ ਨਹੀਂ ਹੁੰਦਾ। ਇਸ ਕਰਕੇ ਮੁੰਡਿਆਂ ਨੂੰ ਉੱਥੇ ਹਜ਼ਾਰਾਂ ਮੀਲ ਤੇ ਜਾ ਕੇ ਦਿਹਾੜੀ ਕਰਨੀ ਪੈਂਦੀ ਹੈ, ਕਿਰਤ ਕਰਨੀ ਪੈਂਦੀ ਹੈ। ਉੱਥੇ ਜਾ ਕੇ ਇੰਨੀਆਂ ਮੰਦਭਾਗੀਆਂ ਘਟਨਾ ਵਾਪਰਦੀਆਂ ਨੇ ਹਜ਼ਾਰਾਂ ਮੀਲ ਤੇ ਜੀ। ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਉੱਥੇ ਸਾਡੇ ਬੱਚਿਆਂ ਨਾਲ ਕੀ ਹੋ ਰਿਹਾ। ਘਟਨਾ ਤਾਂ ਜੀ ਸਾਨੂੰ ਹੁਣ ਤਾਂ ਫੋਨ ਹੀ ਆਇਆ ਜੀ, ਉਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਵੀ ਕੀ ਘਟਨਾ ਹੋਈ ਆ। ਉੱਥੇ ਆਇਆ ਸੀਗਾ ਫਰਵਰੀ 9 ਤਰੀਕ ਨੂੰ ਤੇ ਆਪਣਾ 10 ਤਰੀਕ ਨੂੰ ਆਇਆ ਸੀਗਾ ਤੇ 9 ਮਾਰਚ ਨੂੰ ਇੱਥੋਂ ਗਿਆ ਸਵੇਰੇ ਜੀ 4 ਵਜੇ ਟ੍ਰੇਨ ਚੜ੍ਹਿਆ ਤੇ ਰਾਤ ਦੀ 10:30 ਵਜੇ ਦੀ ਆਪਣੀ ਫਲਾਈਟ ਦੀ 9 ਤਰੀਕ ਦੀ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋर्ट। ਜਲੰਧਰ ਦੀ ਇੱਕ ਮਹਿਲਾ ਦੰਦਾਂ ਦੀ ਡਾਕਟਰ ਨੂੰ ਭਾਰਤ ਜੋਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਮਹਿਲਾ ਅੰਗਹੀਨ ਡਾਕਟਰ ਪਿਛਲੇ 23 ਸਾਲਾਂ ਤੋਂ ਆਪਣਾ ਫਰਜ਼ ਨਿਭਾ ਰਹੀ ਹੈ। ਜਲੰਧਰ ਵਾਸੀ ਮਹਿਲਾ ਡਾਕਟਰ ਬਲਜੀਤ ਕੌਰ ਰੂਬੀ ਪੰਜਾਬ ਦੀ ਅਜਿਹੀ ਪਹਿਲੀ ਮਹਿਲਾ ਦੰਦ ਡਾਕਟਰ ਹੈ ਜਿਸ ਨੂੰ ਭਾਰਤ ਜੋਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅੰਗਹੀਨ ਹੋਣ ਦੇ ਬਾਵਜੂਦ ਪਿਛਲੇ 23 ਸਾਲਾਂ ਤੋਂ
ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਇਮਾਨਦਾਰੀ ਨਾਲ ਕਰਤੱਵ ਨਿਭਾ ਰਹੇ ਹਨ। ਉਹ ਹੁਣ ਤੱਕ ਪੰਜਾਬ ਦੇ ਕਰੀਬ ਆਮ ਅਤੇ ਗਰੀਬ ਮਰੀਜ਼ਾਂ ਦੇ ਦੰਦਾਂ ਦਾ ਮੁਫਤ ਇਲਾਜ ਕਰ ਚੁੱਕੇ ਹਨ। ਜਲੰਧਰ ਦੇ ਸਰਕਾਰੀ ਹਸਪਤਾਲ ਜੰਡਿਆਲਾ ਵਿਖੇ ਤਾਇਨਾਤ ਇਸ ਮਹਿਲਾ ਡਾਕਟਰ ਨੂੰ ਜਿੱਥੇ ਵੀ ਕੋਈ ਕਲੱਬ ਜਾਂ NGO ਵਾਲੇ ਸੇਵਾ ਲਈ ਬੁਲਾਉਂਦੇ ਹਨ, ਉਹ ਉਸੇ ਕੈਂਪ ਵਿੱਚ ਪੁੱਜ ਕੇ ਮੁਫਤ ਇਲਾਜ ਕਰਦੇ ਹਨ। ਉਹਨਾਂ ਦੀ ਅਣਥੱਕ ਮਿਹਨਤ ਸਦਕਾ ਭਾਰਤ ਜੋਤੀ ਪੁਰਸਕਾਰ ਦਿੱਲੀ ਵਿਖੇ ਦਿੱਤਾ ਜਾ ਰਿਹਾ ਹੈ। ਜੀ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਪਹਿਲਾਂ ਤਾਂ ਮੈਂ ਬਹੁਤ ਹੈਰਾਨ ਹੋਈ ਜਦੋਂ ਮੈਨੂੰ ਇਹ ਚਿੱਠੀ ਆਈ ਕਿ ਮੈਨੂੰ ਇਹ ਅਵਾਰਡ ਵਾਸਤੇ ਨੋਮੀਨੇਟ ਕੀਤਾ ਗਿਆ। ਤੇ ਮੈਂ ਹੈਰਾਨ ਸੀਗੀ ਕਿਉਂਕਿ ਬਹੁਤ ਵੱਡੀਆਂ ਹਸਤੀਆਂ ਨੇ ਤੇ ਮੈਂ ਤੇ ਮਾਮੂਲੀ ਜੀ ਔਰਤ ਹੈਗੀ ਆ ਜਾਂ ਕਹਿ ਲਓ ਡਾਕਟਰ ਹੈਗੇ ਆ। ਤੇ ਮੈਨੂੰ ਲੇਕਿਨ ਬਹੁਤ ਅੱਛਾ ਲੱਗ ਰਿਹਾ ਹੈਗਾ। ਤੇ ਇਹ ਜਿਹੜਾ ਭਾਰਤ ਜੋਤੀ ਅਵਾਰਡ ਹੈ ਇਹ ਉਹਨਾਂ ਨੇ ਮੈਨੂੰ ਦੱਸਿਆ ਕਿ IDA ਦਿੱਲੀ ਤੇ ਬੰਬਈ ਤੋਂ ਡਾਕਟਰਸ ਸੀ, ਉਹਨਾਂ ਨੇ ਮੇਰਾ ਨਾਮ ਸੁਜੈਸਟ ਕੀਤਾ ਸੀਗਾ ਇਸ ਚੀਜ਼ ਵਾਸਤੇ। ਤੇ ਬਾਅਦ 'ਚ ਮਤਲਬ ਕਿ ਮੇਰੀ ਸਿਲੈਕਸ਼ਨ ਦੀ ਚਿੱਠੀ ਆਈ ਤੇ ਉਹਦੇ ਕਰਕੇ ਮੈਨੂੰ ਅਵਾਰਡ ਦਿੱਤਾ ਜਾ ਰਿਹਾ ਕਿ ਆਪਣੀ ਡਿਊਟੀ ਬਹੁਤ ਚੰਗੀ ਤਰ੍ਹਾਂ ਨਿਭਾਉਣ ਦੇ ਨਾਲ ਨਾਲ ਮੈਂ ਸਮਾਜ ਸੇਵਾ ਵੀ ਕਰ ਰਹੀ ਹਾਂ ਤੇ ਗਰੀਬਾਂ ਦੀ ਸੇਵਾ ਕਰ ਰਹੀ ਹਾਂ। ਸਲਮ ਏਰੀਆ 'ਚ ਜਾ ਕੇ ਤੇ ਈਵਨ ਕੈਦੀਆਂ ਵਗੈਰਾ ਦੀ ਵੀ ਮੈਂ ਸੇਵਾ ਕੀਤੀ ਹੈਗੀ। ਬਹੁਤ ਫਖਰ ਮਹਿਸੂਸ ਕਰ ਰਿਹਾ ਜੀ, ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ 'ਚ, ਇੰਨੀ ਖੁਸ਼ੀ ਹੈ ਕੋਈ ਹਿਸਾਬ ਨਹੀਂ। ਔਰ 28 ਤਰੀਕ ਨੂੰ ਦਿੱਲੀ ਜਾਨੂੰ ਅਵਾਰਡ ਮਿਲਣਾ, ਭਾਰਤ ਜੋਤੀ ਅਵਾਰਡ, ਔਰ ਜਿਹੜਾ ਕਿ ਇੰਡੀਆ ਦੇ ਵਿੱਚ ਤਕਰੀਬਨ ਹਰ ਸਾਲ ਇੱਕ ਬੰਦੇ ਨੂੰ ਸਿਰਫ ਮਿਲਦਾ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। 10ਵੀਂ ਕਲਾਸ ਦੇ ਦਲਿਤ ਵਿਦਿਆਰਥੀਆਂ ਦੇ ਪ੍ਰਿੰਸੀਪਲ ਤੇ ਕਲਾਸ ਇੰਚਾਰਜ ਵੱਲੋਂ ਰੋਕੇ ਰੋਲ ਨੰਬਰ ਦਾ ਮਾਮਲਾ ਭਖਣ ਤੇ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਰੋਲ ਨੰਬਰ ਦੇ ਹੀ ਦਿੱਤੇ। ਐਸਸੀ ਕਮਿਸ਼ਨ ਦਾ ਕਹਿਣਾ ਹੈ ਕਿ ਦਲਿਤ ਬੱਚਿਆਂ ਨੂੰ ਬੋਲੀ ਜਾਤੀ ਸੂਚਕ ਸ਼ਬਦਾਵਲੀ ਦੀ ਜਾਂਚ ਚੱਲ ਰਹੀ ਹੈ। ਗਿੱਦੜਬਾਹਾ ਹਲਕੇ ਵਿੱਚ ਪੈਂਦੇ ਪਿੰਡ ਚੜੇਵਾਨ ਦੇ ਪ੍ਰਿੰਸੀਪਲ ਗੋਪਾਲ ਸਿੰਘ ਅਤੇ ਕਲਾਸ ਇੰਚਾਰਜ ਚਰਨਜੀਤ ਸਿੰਘ ਨੇ 10ਵੀਂ ਕਲਾਸ ਦੇ ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਇਹ ਕਹਿ ਕੇ ਦੇਣ ਤੋਂ ਨਾ ਕਰ ਦਿੱਤੇ ਸਨ ਕਿ ਪੜ੍ਹ ਕੇ ਤੁਸੀਂ ਕੀ ਜੱਜ ਲੱਗਣਾ, ਕਰਨੀ ਤਾਂ ਦਿਹਾੜੀ ਹੀ ਹੈ। ਮਸਲਾ ਭਖ ਗਿਆ। ਮੀਡੀਆ ਅਤੇ ਐਸਸੀ ਕਮਿਸ਼ਨ ਕੋਲ ਮਸਲਾ ਜਾਣ ਤੇ ਆਖਿਰ ਦਲਿਤ ਬੱਚਿਆਂ ਨੂੰ ਰੋਲ ਨੰਬਰ ਦੇ ਦਿੱਤੇ। ਪੀੜਿਤ ਵਿਦਿਆਰਥੀਆਂ ਅਤੇ ਮਾਪਿਆਂ ਨੇ ਮੀਡੀਆ ਅਤੇ ਐਸਸੀ ਕਮਿਸ਼ਨ ਦਾ ਧੰਨਵਾਦ ਕੀਤਾ। ਐਸਸੀ ਕਮਿਸ਼ਨ ਕਰਨਵੀਰ ਇੰਦੌਰਾ ਨੇ ਕਿਹਾ ਕਿ ਪ੍ਰਿੰਸੀਪਲ ਗੋਪਾਲ ਸਿੰਘ ਅਤੇ ਹੋਰਾਂ ਵੱਲੋਂ ਦਲਿਤ ਵਿਦਿਆਰਥੀਆਂ ਵਿਰੁੱਧ ਬੋਲੇ ਗਏ ਜਾਤੀ ਸੂਚਕ ਸ਼ਬਦਾਵਲੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਨਿਊਜ਼ ਵਾਲੇ ਚੈਨਲ ਦੇ ਕੋਲ ਗਏ ਸੀ ਤੇ ਕਰਨਵੀਰ ਸਿੰਘ ਇੰਦੌਰਾ ਕੋਲ, ਜੋ ਕਿ ਜਾਤੀ ਕਮਿਸ਼ਨ ਦੇ ਮੈਂਬਰ ਹੈ ਜੀ, ਤੇ ਉਹਨਾਂ ਨੇ ਸਾਡੀ ਗੱਲਬਾਤ ਹੁਣ ਸੁਣੀ ਹੈ ਜੀ ਤੇ ਸਾਨੂੰ ਰੋਲ ਨੰਬਰ ਮਿਲੇ ਹੈ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਹੁਣ ਤੁਹਾਡੇ ਪੇਪਰ ਹੋਣਗੇ ਕਿ ਨਹੀਂ ਹੋਣੇ? ਇਹ ਤਾਂ ਹੁਣ ਸੋਮਵਾਰ ਪੇਪਰ ਆਈ ਪਹਿਲਾਂ ਸਾਡਾ ਇੰਗਲਿਸ਼ ਦਾ ਹੀ ਤੇ ਉਹ ਦੇਵਾਂਗੇ ਜੀ। ਉਹ ਮੈਨੂੰ ਪਤਾ ਲੱਗਿਆ ਕਿ ਉਹ ਰਾਤ ਰੋਲ ਨੰਬਰ ਉਹਨੇ ਦੇਤੇ, ਹੈਂਡਓਵਰ ਕਰਤੇ ਸਾਰੇ ਸਟੂਡੈਂਟ ਨੂੰ ਜੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਵੀ ਹੁਣ ਬੱਚਿਆਂ ਦਾ ਨੈਕਸਟ ਪੇਪਰ ਹੈਗਾ A ਔਰ B ਕਰਕੇ ਇਹਨਾਂ ਨੂੰ ਥੋੜਾ ਫਾਇਦਾ ਹੋ ਜਾਊਗਾ, ਨਹੀਂ ਤਾਂ ਉਸਨੇ ਪ੍ਰਿੰਸੀਪਲ ਔਰ ਇੰਚਾਰਜ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਇਹਨਾਂ ਦਾ ਸਾਲ ਖਰਾਬ ਕਰਨ ਵਾਸਤੇ। ਸਰ, ਜੋ ਉਹਨਾਂ ਨੇ ਜਾਤੀ ਸੂਚਕ ਸ਼ਬਦ ਬੋਲੇ ਸੀ, ਇਹਦੇ ਸੰਬੰਧੀ ਕਮਿਸ਼ਨ ਦੀ ਕਾਰਵਾਈ ਜਾਰੀ ਰਹੂਗੀ ਕਿ? ਬਿਲਕੁਲ, ਉਹ DWO ਸਾਡੇ ਜੋ ਹੈ ਉਹਨਾਂ ਦੀ ਜੋ ਹੈ ਅਸੀਂ ਡਿਊਟੀ ਲਗਾਤੀ ਹੈ, ਮੈਂ ਕੱਲ ਹੀ ਲਗਾਤੀ ਸੀ ਤੇ ਉਹਦੇ 'ਚ ਉਹ ਉਹਨਾਂ ਨੂੰ ਬੁਲਾ ਕੇ ਜੋ ਵੀ ਹੈ ਸੱਚਾਈ ਉਹ ਕੱਢਣਗੇ। ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ। ਨੌਜਵਾਨ ਪੀੜ੍ਹੀ ਕਿੱਧਰ ਜਾ ਰਹੀ ਹੈ? ਅਜੇ ਇੱਕ ਉਦਾਹਰਨ ਨਾਭਾ ਵਿੱਚ ਸਾਹਮਣੇ ਆਈ ਹੈ, ਜਦੋਂ ਪੁਲਿਸ ਨੇ 3 ਵਿਦਿਆਰਥੀਆਂ ਨੂੰ ਅੱਖਾਂ 'ਚ ਮਿਰਚਾਂ ਪਾ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ਵਿੱਚ ਕਾਬੂ ਕਰ ਲਿਆ। ਨਾਭਾ ਪੁਲਿਸ ਨੇ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ-ਖੋਹ ਕਰਨ ਵਾਲੇ ਇੱਕ ਵਿਦਿਆਰਥੀਆਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਵਿਦਿਆਰਥੀ ਪਟਿਆਲਾ ਜ਼ਿਲ੍ਹੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਥਾਣਾ ਸਦਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਪਿੰਡ ਅਗੇਤਾ ਦੇ ਇੱਕ ਬਜ਼ੁਰਗ ਕੋਲੋਂ ਮੋਬਾਈਲ ਫੋਨ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ ਸਨ, ਜਿਹਨੂੰ ਮੁਕੱਦਮਾ ਦਰਜ ਕਰਨ ਮਗਰੋਂ ਇਹਨਾਂ ਫਰਾਰ ਨੌਜਵਾਨਾਂ ਨੂੰ ਕਾਬੂ ਕੀਤਾ। ਇਹਨਾਂ ਵਿੱਚ 2 ਨੌਜਵਾਨ ਸੰਗਰੂਰ ਦੇ ਇੱਕ ਕਾਲਜ ਵਿੱਚ ਪੜ੍ਹਾਈ ਕਰ ਰਹੇ ਹਨ ਅਤੇ ਤੀਜੇ ਨੇ ਅਜੇ ਹੁਣੇ ਹੀ ਪੜ੍ਹਾਈ ਪੂਰੀ ਕੀਤੀ ਹੈ। DSP ਵਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਮੰਗਿਆ ਹੈ। ਅਗੇਤ ਪਿੰਡ ਦੇ ਸੀਗੇ ਇੱਕ ਮਦਈ, ਜਿਨ੍ਹਾਂ ਨੇ ਸਾਨੂੰ ਆ ਕੇ ਦੱਸਿਆ ਕਿ ਜੀ ਮੇਰੇ ਨਾਲ ਜਿਹੜੀ ਹੈਗੀ ਆ ਉਹ 3 ਮੁੰਡਿਆਂ ਨੇ ਖੋਹ ਦੀ ਵਾਰਦਾਤ ਕੀਤੀ ਹੈਗੀ ਹੈ। ਅਸੀਂ SHO ਸਦਰ ਤੇ ਸਾਡੀ ਸਾਰੀ ਟੀਮ ਜਦੋਂ ਉੱਥੇ ਰਸ਼ ਕੀਤਾ ਤਾਂ ਸਾਨੂੰ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਦਿਸ਼ਾ ਉਹਨਾਂ ਨੇ ਸਾਨੂੰ ਦੱਸੀ ਮਦਈ ਨੇ, ਉਹਦੇ ਮੁਤਾਬਕ ਅਸੀਂ ਨਰਵਾਣਾ ਕਲਾਂ ਸਕੂਲ ਤੋਂ ਜਾ ਕੇ ਇੱਕ ਸਾਨੂੰ CCTV ਫੁਟੇਜ ਮਿਲੀ। ਉਸ ਫੁਟੇਜ ਦੇ ਆਧਾਰ ਤੇ ਅਸੀਂ ਉਹ ਆਇਡੈਂਟੀਫਿਕੇਸ਼ਨ ਕਰਵਾਈ ਮਦਈ ਤੋਂ ਕਿ ਜੀ ਇਹ ਬੰਦੇ ਹੀ ਹੈ ਜਿਹੜੇ ਉਹਨਾਂ ਨੇ ਬਿਲਕੁਲ ਉਸੇ ਬੰਦੇ ਨੂੰ ਆਇਡੈਂਟੀਫਾਈ ਕੀਤਾ
ਉਹਨਾਂ ਦੇ ਕੱਪੜੇ ਵਗੈਰਾ ਜਾਂ ਮੋਟਰਸਾਈਕਲ ਤੋਂ ਤੇ ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਨੇ ਪ੍ਰੋਪਰ ਆਇਡੈਂਟੀਫਾਈ ਕੀਤਾ। ਦੈਨ ਫਿਰ ਅਸੀਂ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਫੁਟੇਜ ਵਗੈਰਾ ਲੈ ਕੇ ਅਸੀਂ ਜਿੰਨੇ ਵੀ ਨੇੜੇ ਤੇੜੇ ਦੇ ਕਾਲਜ ਵਗੈਰਾ ਸੀਗੇ ਉਹਨਾਂ ਨੂੰ ਅਸੀਂ ਉੱਥੇ ਜਾ ਕੇ ਦਿਖਾਇਆ ਤੇ ਸਾਨੂੰ ਫਿਰ ਆਸਰਾ ਕਾਲਜ ਦੇ ਵਿੱਚੋਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਗਈ ਇਹ ਕਿਹੜੇ ਬੰਦੇ। ਨਾਭਾ ਤੋਂ ਜਗਨਾਰ ਸਿੰਘ ਦੀ ਰਿਪੋਰਟ। ਮੋਗਾ ਵਿੱਚ ਸਿਹਤ ਵਿਭਾਗ ਦੇ ਹੀ ਇੱਕ ਮੁਲਾਜ਼ਮ ਨੇ ਚੰਦ ਚੜ੍ਹ ਦਿੱਤਾ। ਉਹ ਆਪਣੇ ਸਾਥੀ ਸਮੇਤ ਇੱਕ ਮਹਿਲਾ ਔਰਤ ਤੋਂ 12 ਤੋਲੇ ਸੋਨੇ ਤੇ ਲੁੱਟਣ ਮਗਰੋਂ ਕਾਬੂ ਕਰ ਲਿਆ। ਮੋਗਾ ਸ਼ਹਿਰ ਦੇ ਥਾਣਾ ਸ਼ਹਿਰੀ ਦੱਖਣ ਨਜ਼ਦੀਕ ਵਿਦਾਂਤ ਨਗਰ ਵਿੱਚ 2 ਮੋਟਰਸਾਈਕਲ ਸਵਾਰ ਨੌਜਵਾਨ ਇੱਕ ਔਰਤ ਦੇ ਘਰੋਂ ਬਾਹਰਲੇ ਪਾਸੇ ਤੋਂ ਇੱਕ ਬੈਗ ਖੋਹ ਕੇ ਫਰਾਰ ਹੋ ਗਏ। ਇਹ ਥੈਲੇ ਵਿੱਚ 12 ਤੋਲੇ ਸੋਨਾ ਤੇ ਇੱਕ ਮੋਬਾਈਲ ਫੋਨ ਸੀ, ਜਿਸ ਦੀ ਕੀਮਤ 3,50,000 ਰੁਪਏ ਦੇ ਕਰੀਬ ਸੀ। ਸੀਸੀਟੀਵੀ ਵਿੱਚ ਰਿਕਾਰਡ ਹੋਈ ਲੁੱਟ-ਖੋਹ ਦੀ ਘਟਨਾ ਸੰਬੰਧੀ ਜਾਂਚ ਮਗਰੋਂ ਦੋਹੇ ਲੁਟੇਰਿਆਂ ਨੂੰ ਕਾਬੂ ਕਰ ਲਿਆ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੋਨਾਂ ਲੁਟੇਰਿਆਂ ਵਿੱਚ ਇੱਕ ਸਿਹਤ ਵਿਭਾਗ ਵਿੱਚ 4ਥਾ ਦਰਜਾ ਕਰਮਚਾਰੀ ਹੈ, ਜਿਸ ਦੀ ਪਹਿਚਾਣ ਪੁਨੀਤ ਸਾਰਵਾਂ ਦੇ ਤੌਰ ਤੇ ਹੋਈ। ਡੀਐਸਪੀ ਸ਼ਹਿਰੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪਿਛਲੀ 11 ਤਰੀਕ ਨੂੰ ਇੱਥੇ ਇੱਕ ਲੇਡੀ ਦਿਨ ਦੇ ਵਿੱਚ ਬੈਂਕ ਦੇ ਵਿੱਚ ਆਪਣੇ ਲੋਕਰ ਦੇ ਵਿੱਚੋਂ ਕੁਝ ਜੇਵਰਾਤ ਲੈ ਕੇ ਘਰ ਨੂੰ ਜਾ ਰਹੀ ਸੀ ਤੇ ਜਦੋਂ ਆਪਣੇ ਘਰ ਦੇ ਗੇਟ ਤੇ ਪਹੁੰਚੀ ਤੇ ਪਿੱਛੋਂ ਕੁਝ ਨਾਮ 2 ਵਿਅਕਤੀ ਮੋਟਰਸਾਈਕਲ ਸਵਾਰ ਆਏ। ਉਹਨਾਂ ਦੇ ਵਿੱਚੋਂ ਉਹਨਾਂ ਨੇ ਝਪਟ ਮਾਰ ਕੇ ਉਹਦਾ ਜਿਹੜਾ 골ਡ ਵਾਲਾ ਲਿਫਾਫਾ ਸੀ ਉਹਨੂੰ ਖੋਹ ਕੇ ਲੈ ਗਏ। ਤਾਂ ਉਹਨਾਂ ਦੇ ਬਿਆਨ ਤੇ ਅਸੀਂ ਪਰਚਾ ਦਰਜ ਕਰਕੇ ਇਹਦੀ ਤਫਤੀਸ਼ ਜਿਹੜੀ ਆ ਉਹ ਅਮਲ ਵਿੱਚ ਲਿਆਂਦੀ ਸੀ ਤੇ ਬੜੇ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਜਿਹੜੀ ਆ ਉਹ ਸਾਡੇ ਐਸਐਚਓ ਪਲਵਿੰਦਰ ਸਿੰਘ ਉਹਨਾਂ ਨੇ ਅਮਲ ਵਿੱਚ ਲਿਆ ਕੇ ਤੇ ਜਿਹੜੇ ਦੋਸ਼ੀਆਂ ਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਵਿੱਚ ਸੰਦੀਪ ਸਿੰਘ ਉਰਫ ਸੀਪਾ ਤੇ ਪਨੀਤ ਉਰਫ ਬੌਬੀ ਜਿਹੜੇ ਮੋਗੇ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਕੋਲੋਂ ਸਾਰਾ 골ਡ ਤੇ ਇੱਕ ਉਹ ਲੇਡੀ ਦਾ ਮੋਬਾਈਲ ਫੋਨ ਤੇ ਉਹਦੇ ਜਿਹੜੀ ਮੋਟਰਸਾਈਕਲ ਤੇ ਉਹਨਾਂ ਨੇ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਅਸੀਂ ਇਹਨਾਂ ਦੇ ਕਬਜ਼ੇ 'ਚ ਬਰਾਮਦ ਕੀਤਾ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ। ਜਲਾਲਾਬਾਦ ਵਿੱਚ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿੱਚ ਇੱਕ ਸ਼ਾਦੀशुदा ਮੁਟਿਆਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਲਾਲਾਬਾਦ ਵਿੱਚ ਇੱਕ ਅਤ ਤੇਜ਼ ਰਫ਼ਤਾਰ ਟਰਾਲੇ ਨੇ ਪੁਰਾਣੀ ਫਾਜ਼ਿਲਕਾ ਚੁੰਗੀ ਕੋਲ ਮੋਟਰਸਾਈਕਲ ਨੂੰ ਟੱਕਰ ਮਾਰੀ। ਇਹ ਤੇਜ਼ ਰਫ਼ਤਾਰ ਟਰਾਲਾ ਫਾਜ਼ਿਲਕਾ ਤੋਂ ਫਿਰੋਜ਼ਪੁਰ ਨੂੰ ਜਾ ਰਿਹਾ ਸੀ। ਇਸ ਹਾਦਸੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕ ਔਰਤ ਪਰਮਜੀਤ ਕੌਰ ਦੀ ਉਮਰ 25 ਸਾਲ ਸੀ ਅਤੇ 3 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਨੇ ਇਸ ਮੋਟਰਸਾਈਕਲ ਸਵਾਰ ਤੋਂ ਲਿਫਟ ਲਈ ਸੀ। ਇਹ ਮਾੜਾ ਭਾਣਾ ਵਾਪਰ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਜਲਾਲਾਬਾਦ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਦੇਖਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਭਰਤੀ ਕਰਵਾ ਦਿੱਤਾ। ਭਾਜੀ ਇਹ ਤਾਂ ਅਚਾਨਕ ਸਾਨੂੰ ਤਾਂ ਅਸੀਂ ਪਿੱਛੇ ਪੜੇ ਸੀ, ਬਾਕੀ ਦੇ ਦੱਸਣ ਨਾਲ ਕਹਿੰਦੇ ਮਤਲਬ ਇਹਨਾਂ ਪੰਪ ਤੋਂ ਗੁੱਡੀਆਂ ਜਾਣਾ ਸੀ, ਗੱਡੀ ਚੜਨਾ ਸੀ। ਮੋਟਰਸਾਈਕਲ ਹੱਥ ਕੀਤਾ, ਮੋਟਰਸਾਈਕਲ ਪਾਚਾ ਨੇ ਪਾ ਲਿਆ, ਗੱਡੀ ਸਟੇਸ਼ਨ ਛੱਡਣ ਚੱਲਣਾ ਸੀ। ਰਾਹ 'ਚ ਮਤਲਬ ਐਕਸੀਡੈਂਟ ਮਤਲਬ ਟਰੈਵਲ ਆ ਗਿਆ ਸੀ, 10 ਚੱਕੀ ਗੱਡੀ ਨਾਲ ਫੇਟ ਮਾਰਤੀ ਇਹਨਾਂ ਨੇ ਤੇ ਮੌਕੇ ਤੇ ਇੱਕ ਗੁੜੀਆ ਦੀ ਮੌਤ ਹੋ ਗਈ ਤੇ ਬਾਕੀ 2 ਨੂੰ ਐਕਸੀਡੈਂਟ ਬਹੁਤ ਸੱਟਾਂ ਲੱਗ ਗਈਆਂ। ਇਹ ਵੀਰੇ 3 ਜਣੇ ਆਉਂਦੇ ਪਏ ਸੀ ਮੋਟਰਸਾਈਕਲ ਤੇ, ਆਦੀ ਸਾਈਡ ਤੇ ਗਏ ਸੀ ਤੇ ਪਿੱਛੋਂ ਟਰਾਲੇ ਵਾਲਾ ਆਇਆ ਤੇ ਉਹਨੇ ਫੇਟ ਮਾਰੀ ਆ ਪਿੱਛੋਂ ਆ ਕੇ ਤੇ ਆਪ ਭਜਾਲ ਗਿਆ, ਯਾਨੀ ਕਿ ਟਰਾਲਾ ਕੋਈ ਉਹਨੇ ਪਤਾ ਨਹੀਂ ਲਿਆ ਕਿੱਥੇ ਮਤਲਬ ਹੁੰਦਾ ਜਾਂ ਕਿਵੇਂ, ਨਾ ਕੋਈ ਪਤਾ ਨਹੀਂ ਉਹਨੇ ਕੀਤਾ। ਤੇ ਉੱਥੇ ਮੌਕੇ ਤੇ ਹੀ ਇੱਕ ਮਤਲਬ ਮੇਰੀ ਮਾਸੀ ਦੀ ਲੜਕੀ ਹੈਗੀ ਸੀ, ਉਹ ਮੌਕੇ ਤੇ ਹੀ ਖਤਮ ਹੋ ਗਈ। ਕੀ ਨਾਂ ਸੀ ਉਹਦਾ? ਪਰਮਜੀਤ ਕੌਰ। ਅੱਛਾ ਤੇ ਬਾਕੀ 2 ਹੈ? ਬਾਕੀ ਉਹਨਾਂ ਨੂੰ ਹਸਪੀਟਲ ਲੈ ਗਏ ਸਰਕਾਰੀ, ਉਹਨਾਂ ਨੂੰ ਵੀ ਕਾਫੀ ਸੱਟਾਂ ਆਈਆਂ। ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਫਿਲਹਾਲ ਦੇ ਲਈ ਇਹ ਨਹੀਂ। ਤਾਜ਼ਾ ਤਰੀਨ ਜਾਣਕਾਰੀ ਦੇ ਲਈ ਜੁੜੇ ਰਹੋ ਸੀਸੀਐਨ ਆਵਾਜ਼ ਦੇ ਨਾਲ। ਤੇ ਜੇਕਰ ਤੁਸੀਂ ਵੀ ਸਾਡਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਤਲੜੇ ਨੰਬਰਾਂ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅਗਲੇਰੀ ਜਾਣਕਾਰੀ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।